ਤੁਸੀਂ ਮੇਰੀ ਗੱਲ ਨਹੀਂ ਸਮਝ ਰਹੇ ਜੇਕੇ ਸਾਹਿਬ। ਮੇਰੀ ਬੇਟੀ ਸਿਮੋਨ ਉਦੋਂ ਦੀ ਜੇਕੇ ਮੇਰਾ ਹਾਊਸ ਦੇ ਵਿੱਚ ਹੈ ਜਦੋਂ ਦਾ ਅੰਚਲ ਦਾ ਵਿਆਹ ਹੋ ਕੇ ਆਇਆ। मेरा हाउस सिमोन दा अपना घर है, और जब तक चाहे इत्थे रह सकती है। ਤੁਸੀਂ ਸਮਝ ਨਹੀਂ ਰਹੇ ਹੋ ਜੇਕੇ ਸਾਹਿਬ। ਸਿਮੋਨ ਤੇ ਮਲਹਾਰ ਦੇ ਵਿਆਹ ਦੇ ਸਾਰੇ ਕਾਰਡ ਵੰਡੇ ਜਾ ਚੁੱਕੇ ਨੇ ਤੇ ਹੁਣ ਸਾਨੂੰ ਪਤਾ ਲੱਗਿਆ ਕਿ ਤੁਹਾਡਾ ਬੇਟਾ ਮਲਹਾਰ ਉਸ ਢੋਲੀ ਦੀ ਕੁੜੀ ਗੀਤ ਦੀ ਮੰਗ 'ਚ ਸਿੰਦੂਰ ਭਰ ਕੇ ਉਹਨੂੰ ਇਸ ਘਰ 'ਚ ਲੈ ਆਇਆ ਤੇ ਹੁਣ ਸਾਡੀ ਬੇਟੀ ਦੀ ਹੋਰ ਬੇਇੱਜ਼ਤੀ ਹੋ ਰਹੀ ਹੈ। ਉਹਦੇ ਗਹਿਣੇ ਲਵਾਏ ਜਾ ਰਹੇ ਨੇ। ਇਹ ਕੀ ਹੋ ਰਿਹਾ ਜੇਕੇ ਸਾਹਿਬ? ਇਹ ਤਾਂ ਛੋਟੇ ਤਬਕੇ ਦੇ, ਛੋਟੀ ਸੁਸਾਇਟੀ ਦੇ ਲੋਕ ਕਰਦੇ ਆ ਨਾ। ਮੈਂ ਤਾਂ ਮੰਨ ਹੀ ਨਹੀਂ ਸਕਦਾ ਕਿ ਮੇਰਾ ਪਰਿਵਾਰ ਇੰਨਾ ਥੱਲੇ ਡਿੱਗ ਸਕਦਾ। राजिंदर जी, तुसी मेरी बेइज्जती कर रहे हो। ਤੁਹਾਡੀ ਇੱਜ਼ਤ ਤੇ ਸਾਡੀ ਜਿਹੜੀ ਬੇਇੱਜ਼ਤੀ ਹੋਈ ਉਹਦਾ ਕੀ ਹੈ? ਸਿਮੋਨ ਨੂੰ ਅਸੀਂ ਬਹੁਤ ਪਿਆਰ ਨਾਲ ਪਾਲਿਆ ਤੇ ਉਹ ਸਾਡੀ ਅੱਖਾਂ ਦਾ ਤਾਰਾ ਹੈ। ਅੱਜ ਤੱਕ ਉਹਦੇ ਡੈਡੀ ਜੀ ਨੇ ਉਹਦੀ ਅੱਖ ਵਿੱਚ ਇੱਕ ਹੰਝੂ ਨਹੀਂ ਆਉਣ ਦਿੱਤਾ ਤੇ ਇੱਥੇ ਮੇਰਾ ਹਾਊਸ ਵਿੱਚ ਉਹਨੂੰ ਇੰਨਾ ਰੋਣਾ ਪੈ ਰਿਹਾ ਹੈ ਨਾ। ਪਹਿਲਾਂ ਤਾਂ ਤੁਸੀਂ ਉਹਨੂੰ ਇੰਨੇ ਗਹਿਣੇ ਪਵਾ ਦਿੱਤੇ ਤੇ ਹੁਣ ਉਹੀ ਗਹਿਣੇ ਉਹਦੇ ਤੋਂ ਧੱਕੇ ਨਾਲ ਉਤਰਵਾ ਰਹੇ ਹੋ। ਸਾਡੀ ਕੁੜੀ ਨੂੰ ਤਾਂ ਤੁਸੀਂ ਗੁੱਡੀ ਬਣਾ ਕੇ ਰੱਖ ਦਿੱਤਾ ਹੈ ਨਾ। ਇਹ ਤਾਂ ਕਦੇ ਸੋਚਿਆ ਹੀ ਨਹੀਂ ਕਿ ਉਹਦੇ ਵੀ ਕੁਝ ਅਰਮਾਨ ਹੋਣਗੇ। ਜੇਕੇ ਸਾਹਿਬ, ਉਹਦੇ ਦਿਲ ਦੀ ਗੱਲ ਤਾਂ ਕਦੇ ਤੁਸੀਂ ਪੁੱਛੀ ਹੀ ਨਹੀਂ। ਕਦੇ ਸੋਚਿਆ ਹੀ ਨਹੀਂ ਕਿ ਉਹ ਮਲਹਾਰ ਨੂੰ ਆਪਣਾ ਹਸਬੈਂਡ ਮੰਨ ਚੁੱਕੀ ਹੈ ਤੇ ਉਹ ਮਲਹਾਰ ਨੂੰ ਕਿੰਨਾ ਪਿਆਰ ਕਰਦੀ ਹੈ। ਕੋਈ ਗੱਲ ਨਹੀਂ ਆਂਟੀ ਜੀ, ਜੇ ਸਿਮੋਨ ਮਲਹਾਰ ਬ్రో ਨੂੰ ਪਿਆਰ ਕਰਦੀ ਹੈ ਨਾ ਤੇ ਉਹਨੂੰ ਉਹਦਾ ਪਿਆਰ ਜ਼ਰੂਰ ਮਿਲੇਗਾ। ਨਹੀਂ ਤਾਨਿਆ, ਗੱਲ ਜਿੰਨੀ ਸਿੱਧੀ ਲੱਗਦੀ ਪਈ ਹੈ ਨਾ ਉਨੀ ਹੈ ਨਹੀਂ। ਮਲਹਾਰ ਤਾਂ ਪੂਰੀ ਤਰ੍ਹਾਂ ਉਸ ਗੀਤ ਢੋਲੀ ਦੀ ਮੁੱਠੀ 'ਚ ਬੰਦ ਹੋ ਗਿਆ। ਜੇਕੇ ਸਾਹਿਬ, ਮੈਂ ਗੱਲਾਂ ਨਹੀਂ ਸੁਣਨਾ ਚਾਹੁੰਦਾ। ਮੈਂ ਬਸ ਇੱਕੋ ਗੱਲ ਕਹਿਣੀ ਹੈ ਕਿ ਜੇ ਸਿਮੋਨ ਇਸ ਘਰ ਤੋਂ ਵਿਆਹ ਕਰਾ ਬਿਨਾ ਵਾਪਸ ਗਈ ਤੇ ਮੈਂ ਤੁਹਾਨੂੰ ਨਹੀਂ ਛੱਡਾਂਗਾ। ਮੈਨੂੰ ਮਜਬੂਰ ਹੋ ਕੇ ਤੁਹਾਡੇ ਤੇ ਕੇਸ ਕਰਨਾ ਪਏਗਾ ਜੇਕੇ ਸਾਹਿਬ। तुसी मेरे उत्ते केस करोगे राजिंदर जी? हाँ जी जेके साहब जी, लोड़ पई तो केस भी करांगे। ਤੁਹਾਡੇ ਪੁੱਤਰ ਨੇ ਤੇ ਸਾਰੀ ਹੱਦ ਪਾਰ ਕਰ ਦਿੱਤੀ ਹੈ। ਸਾਰਿਆਂ ਸਾਹਮਣੇ ਤਮਾਸ਼ਾ ਬਣਾ ਕੇ ਰੱਖ ਦਿੱਤਾ ਹੈ। ਉਹਨੇ ਉਸ ਕੁੜੀ ਦੀ ਮੰਗ ਦੇ ਵੀ ਸਿੰਦੂਰ ਭਰ ਦਿੱਤਾ। ਹਾਂਜੀ ਜੇਕੇ ਸਾਹਿਬ, ਹੁਣ ਵੀ ਤੁਸੀਂ ਉਹਨੂੰ ਨਹੀਂ ਸਾਨੂੰ ਹੀ ਕਹਿ ਰਹੇ ਹੋ ਤੇ ਤੁਸੀਂ ਤਾਂ ਜ਼ੁਬਾਨ ਦਿੱਤੀ ਸੀ ਨਾ ਕਿ ਸਿਮੋਨ ਇਸ ਘਰ ਦੀ ਨੂੰਹ ਬਣੇਗੀ ਤੇ ਹੁਣ ਕੀ ਹੋਇਆ? ਤੂੰ ਕਰੋ ਨਾ ਆਪਣਾ ਵਾਦਾ ਪੂਰਾ। ਜਾਂ ਅਸੀਂ ਇਹ ਸਮਝ ਲਈਏ ਕਿ ਜੇਕੇ ਮਹਿਰਾ ਦੇ ਵਾਦੇ ਦਾ ਕੋਈ ਮੁੱਲ ਨਹੀਂ। ਐਦਾਂ ਨਹੀਂ ਹੋ ਸਕਦਾ। ਮੇਰੇ ਪਾਪਾ ਦਾ ਕੋਈ ਵਾਦਾ ਨਹੀਂ ਟੁੱਟ ਸਕਦਾ। ਤੁਸੀਂ ਸਾਰੇ ਕਿਉਂ ਨਹੀਂ ਸਮਝ ਰਹੇ? ਅਸੀਂ ਤੇ ਗੀਤ ਨੂੰ ਇਸ ਘਰ ਦੀ ਨੂੰਹ ਬਣਾਉਣਾ ਹੀ ਨਹੀਂ ਚਾਹੁੰਦੇ ਸੀ। ਉਹ ਤੇ ਸਾਡੇ ਨਾਲ ਚਾਲਾਂ ਚੱਲ ਕੇ ਇਸ ਘਰ ਦੀ ਨੂੰਹ ਬਣ ਗਈ ਹੈ। ਉਹਨੇ ਆਪਣੀ ਖੂਬਸੂਰਤੀ ਦੇ ਦਮ ਤੇ ਮਲਹਾਰ ਬ్రో ਨੂੰ ਫਸਾਇਆ ਹੈ। ਕੱਲੇ ਮਲਹਾਰ ਬ్రో ਉੱਤੇ ਨਹੀਂ ਜਾਦੂ ਕੀਤਾ ਉਸ ਗੀਤ ਨੇ, ਹੁਣ ਤਾਂ ਹੋਰ ਲੋਕਾਂ ਉੱਤੇ ਵੀ ਆਪਣਾ ਜਾਦੂ ਚਲਾ ਰਹੀ ਹੈ। ਹੁਣ ਤੂੰ ਕਿਹਦੀ ਗੱਲ ਕਰਦੀ ਪਈ ਹੈ ਗਿੰਨੀ? ਪਰਲ ਦੀ। ਪਰਲ ਕੋਲੋਂ ਉਸ ਗੀਤ ਨੂੰ ਭੁੱਖਾ ਨਹੀਂ ਵੇਖ ਹੋਇਆ ਤੇ ਹੁਣ ਉਹ ਮਲਹਾਰ ਬ్రో ਤੇ ਗੀਤ ਨੂੰ ਖਾਣਾ ਖਵਾ ਰਹੀ ਹੈ। ਵਾਹ जेके साहब, इसका मतलब है कि मेहरा परिवार ने हुण नवीं नूंह दा ख्याल रखना शुरू कर दिता है। सारी ओदी सेवा विच लगे हुए ने। नहीं, ओदी इत्थे कोई सेवा नहीं कर रहा। नाले असीं तां गीत दा गृह प्रवेश भी नहीं कीता ते मॉम नूं भी ओदे गृह प्रवेश दा कोई शगुन करन नहीं दिता। गीत दी इस घर विच कोई वैल्यू नहीं है। ये गल मेहरा फैमिली नूं बहुत चंगी तरह पता है ते तुसीं सारे भी जिन्नी जल्दी समझ लो चंगा होवेगा। गीत वो इस घर च नहीं रह सकती। असीं ओनूं इत्थे नहीं रहण देंगे। ते जे तुहानू हले भी कोई यकीन नहीं हुंदा ते तुसी मेरे नाल चलो, मैं तुहानू दिखाना गीत दी की वैल्यू है इस घर विच। आ लो गीत भाभी, हुण मेरा हाउस दी नवीं नूंह नूं मैं बेआ खाना तां खवा नहीं सकदी सी। फ्रिज विच प्रसाद पिया सी, मैं तुहाडे वास्ते प्रसाद ले आई। वैसे भी आज बहुत शुभ दिन है। आज बाबा नानक जी का प्रकाश उत्सव है, इसलिए आज गुरपुरब है। ये तो बहुत शुभ गल है। ऐसे करके तो आज मैं गुरुद्वारा साहिब गई सी ते गुरुद्वारा साहिब तो गुरपुरब दा कड़ा प्रसाद भी लेके आई सी। पहले वही खवानी आ तुहानू। पर मल्हार साहब जी ने नहीं खादा होना हाल तक कुछ। वो भी खा लेगा। चल मल्हार बच्चिया, तू भी खा ले कुछ, नहीं तो तेरी वोटी ने कुछ खाना नहीं।
ਹਾਂਜੀ ਹਾਂਜੀ ਦਾਦੀ ਮੈਂ ਵੀ ਖਾ ਰਿਹਾ। ਲੈ ਹੁਣ ਉਹ ਵੀ ਖਾਣ ਲੱਗਿਆ, ਹੁਣ ਤੂੰ ਵੀ ਖਾ ਲਵੀਂ ਕੁਛ ਤੇ ਐਦਾਂ ਹੀ ਮੇਰੇ ਪੋਤੇ ਨੂੰ ਪਿਆਰ ਕਰੀ। ਉਦਾਂ ਤਾਂ ਬੰਦੇ ਜਨਾਨੀਆਂ ਦੇ ਦਿਲ ਦੀਆਂ ਗੱਲਾਂ ਬਹੁਤ ਘੱਟ ਹੀ ਸਮਝਦੇ ਨੇ। ਇਸ ਘਰ ਦੇ ਬੰਦਿਆਂ ਨੂੰ ਤਾਂ ਉਦਾਂ ਹੀ ਬਖਸ਼ਿਆ, ਇਹਨਾਂ ਦੇ ਸੀਨੇ ਵਿੱਚ ਤਾਂ ਜਿੱਦਾਂ ਦਿਲ ਹੀ ਨਹੀਂ ਹੁੰਦਾ। ਪਰ ਤੂੰ ਹਾਰ ਨਾ ਮੰਨੀ। ਚੱਲ ਮਲਹਾਰ ਬੱਚਿਆ, ਤੂੰ ਵੀ ਖਵਾ ਕੁਛ ਗੀਤ ਨੂੰ। ਹਾਂਜੀ ਮਲਹਾਰ ਵੀਰ ਜੀ, ਖਵਾਓ ਆਪਣੀ ਵਾਈਫ ਨੂੰ। ਗੀਤ ਮਲਹਾਰ ਵੀਰ ਜੀ, ਗੀਤ ਭਾਬੀ ਦਾ ਪ੍ਰਸ਼ਾਦ ਨਾਲ ਮੂੰਹ ਮਿੱਠਾ ਕਰਨਾ ਹੋਰ ਵੀ ਸ਼ੁਭ ਹੋ ਗਿਆ। पर आ ले जा मठियाई, इसे मंगते जा बाहर खड़े लोगों दे दे मठियाई। ਇਹ ਕੀ ਹੋ ਰਿਹਾ ਜੇਕੇ? ਐਦਾਂ ਕਿਸੇ ਦੇ ਮੂੰਹੋਂ ਕੌਣ ਖਾਣਾ ਖੋਂਦਾ? ਤੇ ਗੀਤ ਤਾਂ ਇਸ ਘਰ ਦੀ ਨੂੰਹ ਹੈ। ਉਹਨਾਂ ਨੇ ਤਾਂ ਸਵੇਰ ਦਾ ਵੀ ਕੁਝ ਨਹੀਂ ਖਾਦਾ ਹੋਇਆ, ਨਾ ਗੀਤ ਨੇ ਤੇ ਨਾ ਤੇਰੇ ਪੁੱਤ ਨੇ। ਹੈਲੋ ਤਾਨੀਆ। ਤੈਨੂੰ ਪਤਾ ਹੈ ਆਕਾਸ਼, ਗੀਤ ਸਾਡੇ ਘਰ ਵਿੱਚ ਆ ਗਈ ਹੈ। ਗੀਤ ਮੇਰਾ ਉਸ ਵਿੱਚ? ਹਾਂ ਆਕਾਸ਼, ਤੇ ਉਹਨੇ ਸਾਡੇ ਸਾਰੇ ਮਹਿਰਾ ਪਰਿਵਾਰ ਦਾ ਸਿਰ ਨੀਵਾਂ ਕਰ ਦਿੱਤਾ ਹੈ। ਸਿਮੋਨ ਦੇ ਪੇਰੈਂਟਸ ਵੀ ਆ ਗਏ ਨੇ ਤੇ ਮਹਿਰਾ ਹਾਊਸ ਵਿੱਚ ਬਹੁਤ ਤਮਾਸ਼ਾ ਹੋ ਰਿਹਾ ਹੈ ਆਕਾਸ਼। ਮੈਂ ਸਭ ਕੁਝ ਬਰਦਾਸ਼ਤ ਨਹੀਂ ਕਰ ਸਕਦੀ ਕਿ ਇੱਕ ਢੋਲੀ ਦੀ ਕੁੜੀ ਸਾਡੇ ਘਰ ਵਿੱਚ ਸਾਰਿਆਂ ਦੀਆਂ ਅੱਖਾਂ ਸਾਹਮਣੇ ਤੁਰਦੀ ਫਿਰਦੀ ਰਹੇ, ਉਹ ਵੀ ਮਹਿਰਾ ਹਾਊਸ ਦੀ ਨੂੰਹ ਬਣ ਕੇ। ਨਹੀਂ ਆਕਾਸ਼, ਪਲੀਜ਼ ਤੂੰ ਕੁਝ ਕਰ। ਪਰ ਮੈਂ ਕੀ ਕਰ ਸਕਦਾ ਤਾਨੀਆ? ਤੂੰ ਕੀ ਚਾਹੁੰਦੀ ਹੈ? ਇਹ ਵੀ ਮੈਨੂੰ ਦੱਸਣਾ ਪਏਗਾ। ਤੂੰ ਮੌਂਟੀ, ਉਦੇ ਤੇ ਨਵੀਨ, ਉਹਨਾਂ ਨੂੰ ਕਹਿ ਕਿ ਕੁਝ ਕਰਨ। ਇਹ ਤੂੰ ਕੀ ਕਹਿ ਰਹੀ ਹੈ ਤਾਨੀਆ? ਹਾਂ ਆਕਾਸ਼, ਦੇਖ ਮੈਂ ਮਲਹਾਰ ਬ్రో ਤੇ ਗੀਤ ਨੂੰ ਕਿਸੇ ਬਹਾਨੇ ਘਰੋਂ ਬਾਹਰ ਲੈ ਆਉਂਗੀ ਤੇ ਤੂੰ ਉਹਨਾਂ ਨੂੰ ਕਹਿ ਕਿ ਉਹਨਾਂ ਨੇ ਗੀਤ ਨੂੰ ਚੁੱਕਣਾ ਹੈ। ਤੇਰਾ ਦਿਮਾਗ ਤਾਂ ਸਹੀ ਹੈ ਤਾਨੀਆ, ਐਦਾਂ ਕਿਸੇ ਨੂੰ ਚੁੱਕਣਾ ਤੇ ਕਾ ਗੁਨਾਹ ਆ? ਗੁਨਾਹ ਤਾਂ ਹੋ ਜਾਏ ਫਿਰ ਗੁਨਾਹ। ਦੁਨੀਆ ਵਿੱਚ ਰੋਜ਼ ਬਹੁਤ ਸਾਰੇ ਗੁਨਾਹ ਹੁੰਦੇ ਨੇ, ਅਸੀਂ ਨਿਊਜ਼ਪੇਪਰ ਵਿੱਚ ਵੀ ਤਾਂ ਪੜ੍ਹਦੇ ਆ ਨਾ। ਇੱਕ ਗੁਨਾਹ ਹੋਰ ਹੋ ਜਾਏਗਾ ਤੇ ਫਿਰ ਕੀ ਹੋ ਜਾਏਗਾ? ਤੈਨੂੰ ਇਦਾਂ ਕਰਨਾ ਸ਼ੋਭਾ ਨਹੀਂ ਦਿੰਦਾ ਤਾਨੀਆ। ਕਿਉਂ ਸ਼ੋਭਾ ਨਹੀਂ ਦਿੰਦਾ? ਤੈਨੂੰ ਨਹੀਂ ਪਤਾ ਆਕਾਸ਼, ਮੈਂ ਦਾਦੀ ਮਾਂ ਕੋਲੋਂ ਸੁਣਿਆ ਹੈ ਸਾਡਾ ਮਹਿਰਾ ਪਰਿਵਾਰ ਤਾਂ ਪਿੰਡਾਂ ਦੇ ਪਿੰਡ ਸਾੜ ਦਿੰਦਾ ਹੁੰਦਾ ਸੀ। ਸਾਡੇ ਪਿਛਲੇ ਕਮਰੇ ਵਿੱਚ ਕਿੰਨੀਆਂ ਲਾਸ਼ਾਂ ਦੱਬੀਆਂ ਹੋਈਆਂ ਨੇ, ਤੂੰ ਗਿਣਤੀ ਵੀ ਨਹੀਂ ਕਰ ਸਕਦਾ। ਇੱਕ ਜ਼ਮੀਨ ਦੇ ਟੋਟੇ ਬਦਲੇ ਇੱਥੇ ਵੱਡੀਆਂ ਵੱਡੀਆਂ ਲੜਾਈਆਂ ਹੁੰਦੀਆਂ ਰਹੀਆਂ ਨੇ। ਉਦੋਂ ਟਾਈਮ ਹੋਰ ਸੀ ਤਾਨੀਆ, ਤੇ ਹੁਣ ਇੱਥੇ ਕਾਨੂੰਨ ਆ ਤੇ ਸਾਨੂੰ ਕਾਨੂੰਨ ਦੇ ਹਿਸਾਬ ਨਾਲ ਚੱਲਣਾ ਪਵੇਗਾ। ਸਮਝਣ ਦੀ ਕੋਸ਼ਿਸ਼ ਕਰ ਤਾਨੀਆ, ਤੈਨੂੰ ਇਹ ਸਭ ਸੂਟ ਨਹੀਂ ਕਰਦਾ। ਪਰ ਮਲਹਾਰ ਬ్రో, ਉਹਨਾਂ ਨੂੰ ਇਹ ਸਭ ਕੁਝ ਸੂਟ ਕਰਦਾ ਹੈ? ਉਹਨਾਂ ਦੀ ਕੋਈ ਡਿਊਟੀ ਨਹੀਂ, ਉਹਨਾਂ ਦੀ ਕੋਈ ਰਿਸਪੌਂਸਿਬਿਲਟੀ ਨਹੀਂ। ਉਹਨਾਂ ਵਾਸਤੇ ਤਾਂ ਉਹ ਗੀਤ, ਉਹਨਾਂ ਦਾ ਪਿਆਰ, ਉਹਨਾਂ ਦੀ ਜ਼ਿੰਦਗੀ ਉਹੀ ਸਭ ਕੁਝ ਹੈ ਨਾ। ਉਹਨਾਂ ਨੂੰ ਅਸੀਂ ਸਾਰਿਆਂ ਨੇ ਮਨਾ ਕੀਤਾ ਸੀ ਕਿ ਗੀਤ ਨਾਲ ਵਿਆਹ ਨਾ ਕਰੋ, ਉਹਨੂੰ ਇਸ ਘਰ ਵਿੱਚ ਨਾ ਲੈ ਕੇ ਆਓ, ਪਰ ਫਿਰ ਵੀ ਉਹਨੂੰ ਇਸ ਘਰ ਵਿੱਚ ਲੈ ਆਏ ਨਾ। ਪਰ ਉਹ ਗੀਤ ਨੂੰ ਪਿਆਰ ਕਰਦੇ ਨੇ ਤਾਨੀਆ। ਅੱਛਾ, ਪਿਆਰ ਕਰਦੇ ਨੇ ਉਹ। ਤੂੰ ਇੱਕ ਵਾਰ ਫਿਰ ਮਲਹਾਰ ਬ్రో ਦੀ ਸਾਈਡ ਲੈ ਰਿਹਾ ਆਕਾਸ਼। ਮੈਂ ਕਿਸੇ ਦੀ ਸਾਈਡ ਨਹੀਂ ਲੈ ਰਿਹਾ ਤਾਨੀਆ। ਜੇ ਇਹ ਗੱਲ ਹੈ ਨਾ, ਫਿਰ ਤੂੰ ਹੀ ਮਲਹਾਰ ਬ్రో ਨਾਲ ਗੱਲ ਕਰ। ਤੇ ਜੇ ਇਹਨਾਂ ਨੇ ਕੁਝ ਨਹੀਂ ਖਾਦਾ ਤੇ ਮੈਂ ਕੀ ਕਰ ਸਕਦਾ ਸ਼ਕੁੰਤਲਾ ਮਹਿਰਾ ਜੀ? ਇਸ ਘਰ ਵਿੱਚ ਇਹ ਕੁਝ ਨਹੀਂ ਖਾਣਗੇ, ਕੁਝ ਨਹੀਂ ਮਿਲੇਗਾ ਇਹਨਾਂ ਨੂੰ ਇਸ ਘਰ ਵਿੱਚ ਖਾਣ ਲਈ, ਤੇ ਨਾ ਰਹਿਣ ਲਈ ਕੋਈ ਕਮਰਾ। ਮਹਿਰਾ ਹਾਊਸ ਵਿੱਚ ਸੱਪਾਂ ਨੂੰ ਦੁੱਧ ਨਹੀਂ ਪਿਲਾਇਆ ਜਾਏਗਾ। ਸੋਹਰਾ ਸਾਹਿਬ ਜੀ, ਤੁਸੀਂ ਸਾਨੂੰ ਸੱਪ ਕਿਹਾ? ਤੁਹਾਨੂੰ ਨਹੀਂ, ਤੈਨੂੰ ਸਪਨੀ ਕਿਹਾ ਹੈ। ਇਹ ਇੱਕ ਬਾਰ ਨਹੀਂ 100 बार ਕਹਾਂਗਾ, ਤੂੰ ਸਪਨੀ ਹੈ। ਮੈਨੂੰ 100 ਦੀ ਜਗ੍ਹਾ 1000 ਵਾਰ ਕਹਿ ਲੋ ਸਪਨੀ,
ਪਰ ਇੱਕ ਵਾਰ ਆਪਣੇ ਆਪ ਨੂੰ ਸ਼ੀਸ਼ੇ 'ਚ ਜ਼ਰੂਰ ਵੇਖ ਲਿਓ। ਮੈਂ ਤਾਂ ਸੁਣਿਆ ਕਿ ਸੱਪ ਆਪਣੇ ਬੱਚਿਆਂ ਨੂੰ ਖਾ ਜਾਂਦਾ ਹੈ ਤੇ ਤੁਸੀਂ ਵੀ ਤਾਂ ਅੱਜ ਇਹੀ ਕੀਤਾ ਹੈ। ਆਪਣੇ ਬੱਚਿਆਂ ਦੀ ਖੁਸ਼ੀਆਂ, ਆਪਣੇ ਬੱਚਿਆਂ ਦਾ ਪਿਆਰ ਖਾਈ ਤੇ ਗਏ ਹੋ ਤੁਸੀਂ। ਆਪਣੀ ਧੌਣ ਉੱਚੀ ਕਰਨ ਲਈ ਤੁਸੀਂ ਆਪਣੇ ਬੱਚਿਆਂ ਦੀ ਧੌਣ ਵੱਢਣ ਤੱਕ ਦੀ ਸੋਚੇ ਬੈਠੇ ਹੋ। चुप कर जा गीत, एकदम चुप। इस तो बाद तेरी जुबान विचों कोई और शब्द ना निकले। मेरा हाउस विच जेके मेरा दे सामने खड़े होके गल कर दी हिम्मत आज तक किसी ने नहीं पाई। तो कुछ भी बोली ते फिर तेन उस मेरा हाउस दे सर्वेंट क्वार्टर विच रात कटनी भी नसीब नहीं होएगी। मैं तेन इथों भी बाहर कट दियांगा। बड़ा माण है ना तैनू अपने उत्ते, पर अज मैं भी देखती हाँ कि तू गीत ते मल्हार नू इस घर विचों बाहर किद्दां कढ़दा है। तू शायद भुल गया है जेके, पर मैं तैनू याद करा दिन्नी हाँ कि इस घर दे कागज अज भी शकुंतला मेहरा दे नाम दे ने, ते जे लोड़ पई तां मैं भी किसी नू इस घर चों बाहर कढ़ सकदी हाँ। पर अज तक मैं तैनू कदे कुछ नहीं किया, ते जे अज तू गीत ते मल्हार वाल अख चुक के भी देखिया ना तो ओदा नतीजा चंगा नहीं होएगा। ते फिर मैं सीधी जाके कचहरी दा दरवाजा खड़का देंगी, कानून मुताबिक कार्रवाई करांगी। फिर मैं आंटी जी ये तुसी की कह रहे हो? तुसी नहीं चाहते कि सिमोन इस घर दी नूंह बने? मैं ना अज चाहती हाँ कि सिमोन इस घर दी नूंह बने, ते ना मैं कदे पहला चाहया है। जिन्हों तुसी इस घर दी नूंह बनाने की सोचते पे हो ना, पहला जाके उन्होंने थोड़ी जी अकल सिखाओ। कुछ बहना उठना ते चज नाल गल करना सिखाओ उन्होंने। तुसी की समझते हो तुसी अमीर हो ते थोड़ी धी नूं मेहरा हाउस दी नूंह बनन दा हक मिल जाएगा? जाके मेरी वड्डी नूंह नूं मिलो ते देखो मेहरा हाउस दी नूंह किद्दां दी होनी चाहिदी है। ते रही गल खाण दी, वो मैं जिन्हों खिलाना है आपे खिला लवांगी। रुक जाओ दादी माँ, तुसी मेरी फिक्र ना करो। एक रात फाका कट्टन नाल मैनू कुछ होण नहीं लगा। बाकी रही घर छड्डन दी गल सौरा साहब, मैं घर भी छड्ड दियांगी ते कमरा भी छड्ड दियांगी। तुसी जो कहोगे उही छड्ड दियांगी सौरा साहब। पर एक गल मेरी कन खोल के सुन लो, मैं अपने घर वाले दा साथ कदे नहीं छड्डांगी सौरा साहब। ये तू की कह रही है तान्या? तेनू पता है ना वो सारे की करते ने? वो सारी सारी रात शहर दी सड़कों ते वारागर्दी करते ने, ते इदां दा कोई भी नशा नहीं जेड़ा वो करते ना हो। इस वेले मैनू उन्हां दी लोड़ है आकाश। तू बस उन्हां नू जाके कह दे कि गीत नू चुक के रेलवे लाइन ते सुट दे, फिर उत्थों दी लाश ही मिलेगी। तान्या तेनू पता भी आ ये कितनी गलत गल है? मैं कुछ गलत नहीं कर रही आकाश, ते जे तू मोंटी ते नवीन नाल गल नहीं कर सकदा तो मैं आप कर लैनी। नहीं तू उन्हां नाल गल नहीं करेगी। क्यों क्यों मैं उन्हां नाल गल नहीं कर सकदी? वो भी तो रोज डिस्को विच आउंदे ने ना, मैं उन्हां नू चंगी तरह जानती हां। तू उन्हां नू चंगी तरह जानती नहीं। जे तू उन्हां नू एक बारी मौका देवेगी ना तो वो तेरे सिर चढ़ के बैठ जाएंगे, ते तेनू सारी उम्र उन्हां दे एहसानां दा बदला चुकाना पऊगा। मैनू कुछ नहीं पता आकाश, ते जे तू मैनू प्यार करदा है ना ते उन्हां नाल जाके गल कर। मैं उस गीत दा चेहरा इस घर विच नहीं देख सकदी, मैं उस गीत तो नहीं हार सकदी आकाश। तान्या शांत हो जा, मैं देखता मैं की कर सकता। मैं आज रात तेरे घर आ रही हूं। तू हुण नहीं आएगी, शांत हो जा ते मेरी गल सुन ध्यान नाल। मैं कोई गल नहीं सुननी आकाश, मैं हुणे ही तेरे कोल आ रही हूं। हेलो तान्या, तान्या मेरी गल तो सुन। फोन काट देता। हुण तान्या की करेगी? ये तो पागल हो गई है। जेके साहब आ की कह रही है? हाँ जी जेके साहब, ये की हो रहा है? की कह रही है गीत? गीत बिल्कुल सही कह रही है अंकल जी।
ਇੱਕ ਹਸਬੈਂਡ ਵਾਈਫ ਦੇ ਰਿਸ਼ਤੇ ਵਿੱਚ ਸਭ ਤੋਂ ਜ਼ਰੂਰੀ ਚੀਜ਼ ਬਸ ਇੱਕੋ ਹੈ, ਪਿਆਰ। ਲੋਕਾਂ ਦੇ ਹਿਸਾਬ ਨਾਲ ਕੋਈ ਵੀ ਰਿਸ਼ਤਾ ਜੁੜਿਆ ਰੱਖਣ ਲਈ ਵਿੱਚ ਬਹੁਤ ਚੀਜ਼ਾਂ ਦਾ ਹੱਥ ਹੁੰਦਾ। ਕੋਈ ਰਿਸ਼ਤਾ ਨਿਭਾਉਂਦਾ ਮਤਲਬ ਨੂੰ ਤੇ ਕੋਈ ਨਿਭਾਉਂਦਾ ਅਮੀਰੀ ਗਰੀਬੀ ਸੋਚ ਕੇ। ਲੇਕਿਨ ਜਦੋਂ ਵੀ ਇੱਕ ਹਸਬੈਂਡ ਤੇ ਵਾਈਫ ਦੇ ਰਿਸ਼ਤੇ ਦੀ ਗੱਲ ਆਉਂਦੀ ਹੈ ਨਾ, ਉਦੋਂ ਬਸ ਇੱਕੋ ਚੀਜ਼ ਇੰਪੋਰਟੈਂਟ ਹੈ, ਉਹ ਹੈ ਪਿਆਰ। ਸਿਰਫ ਤੇ ਸਿਰਫ ਪਿਆਰ। ਜਦੋਂ ਬੰਦਾ ਭੁੱਖਾ ਮਰਦਾ ਹੈ ਨਾ, ਇਹ ਪਿਆਰਪੁਰ ਵਾਲੀ ਚਿੜੀਆ ਨਾ ਫੁਰ ਕਰਕੇ ਉੱਡ ਜਾਂਦੀ ਹੈ ਕਾਕਾ ਜੀ। ਤੁਸੀਂ ਉਹਦੀ ਟੈਨਸ਼ਨ ਨਾ ਲਓ ਪਾਪਾ ਜੀ, ਗੀਤ ਤੇ ਮੈਂ ਕਦੇ ਵੀ ਭੁੱਖੇ ਨਹੀਂ ਮਰਾਂਗੇ, ਕਿਉਂਕਿ ਮੈਨੂੰ ਇਸ ਗੱਲ ਦੀ ਤਸੱਲੀ ਹੈ ਕਿ ਸਾਡਾ ਪਿਆਰ ਕਿਸੇ ਮਤਲਬ ਦੀ ਨੀਂਹ ਉੱਤੇ ਨਹੀਂ ਬਲਕਿ ਪਿਆਰ ਉੱਤੇ ਟਿਕਿਆ। ਸਾਨੂੰ ਕੀ ਦੱਸਦਾ ਪਿਆ ਤੂੰ? ਤੁਹਾਡਾ ਗੁੱਸਾ ਬਿਲਕੁਲ ਜਾਇਜ਼ ਹੈ ਅੰਕਲ ਜੀ, ਤੇ ਪਲੀਜ਼ ਮੈਨੂੰ ਉਹਦੇ ਲਈ ਮਾਫ ਕਰਿਓ। ਜੇ ਮੈਂ ਤੁਹਾਡੇ ਨਾਲ ਕੁਝ ਗਲਤ ਕੀਤਾ ਹੈ ਜਾਂ ਸਿਮੋਨ ਦੇ ਨਾਲ ਕੁਝ ਗਲਤ ਕੀਤਾ ਹੈ, ਮੈਨੂੰ ਮਾਫ ਕਰਿਓ। ਲੇਕਿਨ ਜੇ ਮੈਂ ਗੀਤ ਨੂੰ ਪਿਆਰ ਕਰਦੇ ਹੋਇਆ ਸਿਮੋਨ ਦੇ ਨਾਲ ਵਿਆਹ ਕਰਦਾ ਤਾਂ ਉਹ ਵੀ ਤਾਂ ਗਲਤ ਸੀ ਨਾ। ਤੈਨੂੰ ਕੀ ਲੱਗਦਾ ਹੈ ਇਹ ਜੋ ਕੁਝ ਤੂੰ ਕਹਿ ਰਿਹਾ ਉਹ 'ਚ ਤੇਰਾ ਕੋਈ ਕਸੂਰ ਨਹੀਂ ਹੈ? ਘੱਟੋ ਘੱਟ ਮੈਨੂੰ ਤਾਂ ਇਹੀ ਲੱਗਦਾ ਅੰਕਲ ਜੀ। ਮੈਂ ਤਾਂ ਸਿਮੋਨ ਦੇ ਨਾਲ ਵਿਆਹ ਕਦੀ ਕਰਾਉਣਾ ਚਾਹੁੰਦਾ ਹੀ ਨਹੀਂ ਸੀ। ਇਹ ਤਾਂ ਮੇਰੀ ਫੈਮਿਲੀ ਆ, ਮੇਰੇ ਪਾਪਾ ਸੀ ਜੋ ਚਾਹੁੰਦੇ ਸੀ ਕਿ ਮੈਂ ਵਿਆਹ ਸਿਮੋਨ ਦੇ ਨਾਲ ਕਰਾਵਾਂ। ਇਹਦੇ ਵਿੱਚ ਮੇਰੀ ਕੀ ਗਲਤੀ ਹੈ ਅੰਕਲ ਜੀ? ਜੇ ਤੂੰ ਪਹਿਲਾਂ ਹੀ ਸਿਮੋਨ ਨਾਲ ਵਿਆਹ ਨਹੀਂ ਕਰਾਉਣਾ ਚਾਹੁੰਦਾ ਸੀ ਤੇ ਤੈਨੂੰ ਪਹਿਲਾਂ ਹੀ ਦੱਸਣਾ ਚਾਹੀਦਾ ਸੀ। ਮੈਂ ਤਾਂ ਬਹੁਤ ਵਾਰ ਬੋਲਣ ਦੀ ਕੋਸ਼ਿਸ਼ ਕੀਤੀ ਪਰ ਮੇਰੀ ਤਾਂ ਕਿਸੇ ਨੇ ਸੁਣੀ ਨਹੀਂ ਅੰਕਲ ਜੀ। ਜਦੋਂ ਪਹਿਲੀ ਵਾਰ ਮੈਂ ਗੀਤ ਨੂੰ ਦੇਖਿਆ ਸੀ ਬਸ ਉਸੇ ਵੇਲੇ ਮੈਨੂੰ ਉਹਦੇ ਨਾਲ ਪਿਆਰ ਹੋ ਗਿਆ ਸੀ, ਤੇ ਹੁਣ ਗੀਤ ਹੀ ਮੇਰਾ ਪਹਿਲਾ ਤੇ ਮੇਰਾ ਆਖਰੀ ਪਿਆਰ ਹੈ। ਬਕਵਾਸ ਬੰਦ ਕਰ ਮਲਹਾਰ। ਇਹ ਕੁੜੀ ਤੇਰੇ ਦਿਮਾਗ ਤੇ ਇੰਨੀ ਚੜ ਗਈ ਹੈ, ਤੈਨੂੰ ਇਹ ਵੀ ਯਾਦ ਨਹੀਂ ਰਿਹਾ ਕਿ ਤੂੰ ਮੇਰਾ ਹਾਊਸ ਵਿੱਚ ਖੜਾ ਹੋ ਕੇ ਗੱਲ ਕਰਦਾ ਪਿਆ ਹੈ। ਤੈਨੂੰ ਇਹਨਾਂ ਤਾਂ ਯਾਦ ਹੈ ਨਾ ਕਿ ਤੂੰ ਮੇਰਾ ਹਾਊਸ ਦਾ ਹਿੱਸਾ ਹੈ, ਜਾਂ ਉਹ ਵੀ ਭੁੱਲ ਗਿਆ ਤੂੰ? ਜੇ ਤੈਨੂੰ ਇਹਨਾਂ ਯਾਦ ਹੈ ਨਾ ਤੇ ਤੈਨੂੰ ਘੱਟੋ ਘੱਟ ਇਹ ਵੀ ਯਾਦ ਰੱਖਣਾ ਹੋਏਗਾ ਤੂੰ ਇਸ ਕੁੜੀ ਨਾਲ ਜ਼ਿੰਦਗੀ ਨਹੀਂ ਕੱਟ ਸਕਦਾ। ਤੈਨੂੰ ਕੀ ਲੱਗਦਾ ਅਰਸ਼ੀ, ਹੁਣ ਕੀ ਹੋਵੇਗਾ? ਮੈਂ ਹੁਣ ਕੀ ਕਹਾਂ, ਜੋ ਕੁਝ ਵੀ ਹੈ ਤੁਹਾਡੇ ਸਾਹਮਣੇ ਹੀ ਹੈ। ਮੈਨੂੰ ਤਾਂ ਲੱਗਦਾ ਹੈ ਇਹ ਲੜਾਈ ਹੁਣ ਕਦੇ ਖਤਮ ਨਹੀਂ ਹੋਵੇਗੀ। ਤੁਸੀਂ ਇਦਾਂ ਦੇ ਬੋਲ ਮੂੰਹੋਂ ਕਿਉਂ ਕੱਢਦੇ ਪਏ ਹੋ? ਹੋਰ ਕੀ ਕਹਾਂ ਅਰਸ਼ੀ, ਤੇਰੇ ਭਾਜੀ ਜੇਕੇ ਮਹਿਰਾ ਦੇ ਵਾਸਤੇ ਤਾਂ ਊਚ ਨੀਚ ਹੀ ਸਭ ਤੋਂ ਵੱਡੀ ਚੀਜ਼ ਹੈ। ਉਹਦੇ ਲਈ ਤਾਂ ਉਸ ਬੰਦੇ ਦਾ ਮੁੱਲ ਹੈ ਜਿਹਦੇ ਜੇਬ ਵਿੱਚ ਪੈਸੇ ਨੇ। ਜਿਹੜਾ ਬੰਦਾ ਅਮੀਰ ਹੈ ਉਹਦੇ ਲਈ ਉਹ ਚੰਗਾ ਬੰਦਾ ਹੈ। ਜੇ ਗਰੀਬ ਘਰ ਦੀ ਧੀ ਇਸ ਘਰ ਦੀ ਨੂੰਹ ਬਣਨ ਲੱਗੀ ਹੈ ਤਾਂ ਮੈਨੂੰ ਨਹੀਂ ਲੱਗਦਾ ਇਹ ਮਸਲਾ ਛੇਤੀ ਹੱਲ ਹੋਣ ਵਾਲਾ ਹੈ। ਤੁਸੀਂ ਸਹੀ ਕਹਿ ਰਹੇ ਹੋ। ਜੇਕੇ ਭਾਜੀ ਤਾਂ ਗੀਤ ਦਾ ਮੂੰਹ ਵੀ ਨਹੀਂ ਦੇਖਣਾ ਚਾਹੁੰਦੇ ਇਸ ਘਰ ਵਿੱਚ। ਜਦੋਂ ਦਾ ਸਾਡਾ ਵਿਆਹ ਹੋਇਆ ਸੀ ਨਾ, ਉਦੋਂ ਦਾ ਮੈਂ ਜੇਕੇ ਭਾਜੀ ਨੂੰ ਜਾਣਦਾ ਅਰਸ਼ੀ। ਜਿੱਥੋਂ ਤੱਕ ਮੈਂ ਜਾਣਦਾ ਨਾ, ਉਹਨਾਂ ਦੀ ਇਹ ਨਫ਼ਰਤ ਟਾਈਮ ਦੇ ਹਿਸਾਬ ਨਾਲ ਘੱਟ ਹੋਣ ਵਾਲੀ ਨਹੀਂ ਹੈ। ਉਹਨਾਂ ਨੇ ਗੀਤ ਨੂੰ ਇਸ ਘਰ ਵਿੱਚ ਨਹੀਂ ਆਉਣ ਦੇਣਾ। ਤੁਸੀਂ ਸਹੀ ਕਹਿ ਰਹੇ ਹੋ ਰਾਜੇਸ਼ ਜੀ, ਤੇ ਨਾਲ ਤੁਸੀਂ ਇਹ ਵੀ ਭੁੱਲ ਰਹੇ ਹੋ ਕਿ ਗੀਤ ਹਾਰ ਮੰਨਣ ਵਾਲਿਆਂ ਵਿੱਚੋਂ ਨਹੀਂ ਹੈ। ਹਾਂ ਉਹ ਤਾਂ ਹੈ। ਮੈਂ ਤਾਂ ਅੱਜ ਤੱਕ ਇਦਾਂ ਦੀ ਕੁੜੀ ਕੋਈ ਵੇਖੀ ਹੀ ਨਹੀਂ ਜਿਹੜੀ ਜੇਕੇ ਭਾਜੀ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਉਹਨਾਂ ਦੇ ਸਾਹਮਣੇ ਖੜੇ ਹੋ ਕੇ ਸੱਚ ਬੋਲ ਸਕੇ ਤੇ ਉਹਨਾਂ ਨੂੰ ਦੱਸ ਸਕੇ ਕਿ ਸਾਰੇ ਅਮੀਰ ਗਰੀਬ ਰੱਬ ਦੇ ਬਣਾਏ ਹੋਏ ਬੰਦੇ ਨੇ। ਕਿਉਂ ਸਹੀ ਕਹਿ ਰਹੀ ਹਾਂ ਨਾ ਮੈਂ? ਮੈਨੂੰ ਇਹ ਸਾਰਾ ਕੁਝ ਨਹੀਂ ਪਤਾ। ਮੈਂ ਤਾਂ ਸਿਰਫ ਇਹ ਜਾਣਦਾ ਕਿ ਮੈਂ ਇਹਨਾਂ ਝਗੜਿਆਂ ਵਿੱਚ ਨਹੀਂ ਪੈਣਾ ਚਾਹੁੰਦਾ। ਚੱਲ ਅਰਸ਼ੀ, ਕੱਲ ਆਪਾਂ ਦੋਵੇਂ ਇੱਥੋਂ ਵਾਪਸ ਚੱਲ ਪੈਂਦੇ ਹਾਂ। ਪਰ ਆਪਾਂ ਇਦਾਂ ਕੱਲ ਕਿੱਦਾਂ ਵਾਪਸ ਜਾ ਸਕਦੇ ਹਾਂ? ਕਿਉਂ? ਕੱਲ ਨੂੰ ਕੋਈ ਕਰਫਿਊ ਲੱਗ ਜਾਣਾ ਹੈ। ਕੱਲ ਨੂੰ ਕਰਫਿਊ ਨਹੀਂ ਲੱਗਣਾ। ਮੇਰਾ ਪਰਿਵਾਰ ਵਿੱਚ ਨਵੀਂ ਨੂੰਹ ਆਈ ਹੈ ਤੇ ਕੱਲ ਨੂੰ ਉਹਦੀ ਪਹਿਲੀ ਰਸੋਈ ਹੋਵੇਗੀ। ਅਰਸ਼ੀ, ਤੂੰ ਇਹ ਜੋ ਗੱਲਾਂ ਲੈ ਕੇ ਬੈਠੀ ਹੈ ਨਾ, ਤੈਨੂੰ ਕੀ ਲੱਗਦਾ ਕਿ ਤੇਰੇ ਜੇਕੇ ਭਾਜੀ ਦੇ ਹੁੰਦੇ ਹੋਏ ਸਭ ਕੁਝ ਹੋ ਜਾਊਗਾ? ਉਹਨਾਂ ਰਸਮਾਂ ਤੋਂ ਇੱਕ ਵੀ ਰਸਮ ਨਹੀਂ ਹੋਣ ਦੇਣੀ ਮੇਰੇ ਹਿਸਾਬ ਨਾਲ ਤਾਂ। ਤੇ ਇਹਦਾ ਮਤਲਬ ਘਰ ਵਿੱਚ ਨਵੀਂ ਨੂੰਹ ਆਉਣ ਤੋਂ ਬਾਅਦ ਵੀ ਮੇਰਾ ਹਾਊਸ ਵਿੱਚ ਰੌਣਕ ਨਹੀਂ ਹੋਵੇਗੀ? ਰੌਣਕ ਨਹੀਂ ਹੋਏਗਾ, ਰੌਲਾ ਰੱਪਾ ਹੋਏਗਾ। ਜਿਵੇਂ ਤਾਨਿਆ ਨੇ ਗ੍ਰਹਿ ਪ੍ਰਵੇਸ਼ ਵੇਲੇ ਆਪਣੀ ਮੰਮੀ ਨੂੰ ਰੋਕਿਆ ਸੀ ਨਾ, ਉਦਾਂ ਹੀ ਸਾਰਾ ਕੁਝ ਰੁਕ ਜਾਊਗਾ। ਕੱਲੇ ਮੰਮੀ ਜੀ ਕੀ ਕਰ ਸਕਦੇ ਨੇ? ਉਹ ਹੁਣ ਬਜ਼ੁਰਗ ਹੋ ਚੁੱਕੇ ਨੇ। ਕਿਉਂ ਪਾਪਾ ਜੀ? ਕਿਉਂ ਮੈਂ ਆਪਣੀ ਜ਼ਿੰਦਗੀ ਗੀਤ ਦੇ ਨਾਲ ਨਹੀਂ ਕੱਟ ਸਕਦਾ? ਕਿਉਂ ਮੈਂ ਤੇ ਗੀਤ ਇੱਕ ਨਹੀਂ ਹੋ ਸਕਦੇ? ਨਹੀਂ ਹੋ ਸਕਦੇ ਕਿਉਂਕਿ ਗੀਤ ਇੱਕ ਟੋਲੀ ਦੀ ਕੁੜੀ ਹੈ ਤੇ ਮੈਂ ਕਿਸੇ ਟੋਲੀ ਦੀ ਕੁੜੀ ਨੂੰ ਮੇਰਾ ਹਾਊਸ ਦੀ ਨੋ ਬਣਨ ਦਾ ਹੱਕ ਨਹੀਂ ਦੇ ਸਕਦਾ। ਤੇਰੇ ਨਾਲ ਇਹ ਖੜੀ ਗੀਤ
और जिन्हों मर्जी मुबारक होवे, पर ये थोड़े दोवें दा साथ इस मेरा हाउस नू मुबारक नहीं होएगा।